ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ ਟਰੂ ਫਾਲਸ ਨਾਟ ਗਿਵਨ। ਠੀਕ ਹੈ ਕਿ ਟਰੂ ਫਾਲਸ ਨਾਟ ਗਿਵਨ ਕੁਐਸਚਨਸ ਆ ਜਿਹੜੇ ਉਹਨਾਂ ਨੂੰ ਅਪਰੋਚ ਕਿੱਦਾਂ ਕਰਨਾ, ਕਿੱਦਾਂ ਅਟੈਂਪਟ ਕਰਨਾ, ਕਿੱਦਾਂ ਕੁਐਸਚਨ ਨੂੰ ਪੜ੍ਹਨਾ। ਠੀਕ ਹੈ, ਫਿਰ ਉਹਦਾ ਮੀਨਿੰਗ ਕਿੱਦਾਂ ਸਮਝਣਾ, ਫਿਰ ਮੀਨਿੰਗ ਸਮਝਣ ਤੋਂ ਬਾਅਦ ਉਸ ਮੀਨਿੰਗ ਨੂੰ ਮੈਚ ਕਰਕੇ ਆਨਸਰ ਕਿੱਦਾਂ ਲੈ ਕੇ ਆਉਣਾ। ਦੇਖੋ, ਟਰੂ ਫਾਲਸ ਨਾਟ ਗਿਵਨ ਵਾਲੀ ਜਿਹੜੀ ਟਾਈਪ ਹੈ ਇਹ ਸਭ ਤੋਂ ਈਜ਼ੀਐਸਟ ਕੁਐਸਚਨ ਵਿੱਚੋਂ ਇੱਕ ਆ। ਠੀਕ ਹੈ, ਬਟ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਇਹਨੂੰ ਰਾਈਟ ਤਰੀਕੇ ਨਾਲ ਕਿੱਦਾਂ ਅਪਰੋਚ ਕਰਨਾ, ਜਿਹਦੇ ਕਰਕੇ ਸਾਡੇ ਇੰਨੇ ਸੌਖੇ ਕੁਐਸਚਨ ਵੀ ਜਿਹੜੇ ਹੈਗੇ ਆ ਉਹ ਗਲਤ ਹੋ ਜਾਂਦੇ ਆ। ਬਟ ਆਹ ਵਾਲੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਟਰੂ ਫਾਲਸ ਨਾਟ ਗਿਵਨ ਕੁਐਸਚਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ, ਆਈ ਐਸ਼ੋਰ ਯੂ ਦੈਟ। ਠੀਕ ਹੈ, ਬਟ ਪਲੀਜ਼ ਕੀਪ ਪ੍ਰੈਕਟਿਸਿੰਗ ਆਫ ਟਰੂ ਫਾਲਸ ਕੁਐਸਚਨਸ। ਠੀਕ ਹੈ, ਵੀਡੀਓ ਦੇਖਣ ਤੋਂ ਬਾਅਦ ਪ੍ਰੈਕਟਿਸ ਜ਼ਰੂਰ ਕਰ ਲੈਣਾ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਟਰੂ ਫਾਲਸ ਨਾਟ ਗਿਵਨ ਜਿਹੜੇ ਕੁਐਸਚਨਸ ਆ ਉਹਨਾਂ ਦੇ ਰਿਗਾਰਡਿੰਗ ਕੁਝ ਕੁ ਰੂਲਸ ਹੁੰਦੇ ਆ। ਠੀਕ ਹੈ, ਜਿਵੇਂ ਪਹਿਲਾ ਰੂਲ ਇਹ ਹੁੰਦਾ ਕਿ ਅੰਡਰਸਟੈਂਡ ਦੀ ਮੀਨਿੰਗ ਆਫ ਕੁਐਸਚਨ। ਠੀਕ ਹੈ, ਇਹ ਦੇਖਿਆ ਜਾਂਦਾ ਕਿ ਜੇ ਤੁਹਾਡਾ ਟਰੂ ਫਾਲਸ ਨਾਟ ਗਿਵਨ ਵਾਲਾ ਕੁਐਸਚਨ ਗਲਤ ਹੈ ਤਾਂ 70% ਚਾਂਸਸ ਇਹ ਹੁੰਦੇ ਕਿ ਤੁਸੀਂ ਉਹਦਾ ਮੀਨਿੰਗ ਕੁਐਸਚਨ ਦਾ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਨਹੀਂ ਸਮਝਿਆ। ਠੀਕ ਹੈ, ਮੀਨਿੰਗ ਸਮਝਣ ਦੀ ਗੱਲ ਕੀ ਹੈ ਕਿ ਜਦੋਂ ਆਹ ਤਿੰਨ ਚੀਜ਼ਾਂ ਆਉਣ ਕਿਸੇ ਵੀ ਕੁਐਸਚਨ ਵਿੱਚ ਤਾਂ ਤੁਸੀਂ ਉਹਨਾਂ ਨੂੰ ਬਹੁਤ ਹੀ ਕੇਅਰਫੁਲੀ ਪੜ੍ਹਨਾ। ਜਿਵੇਂ ਪਹਿਲਾਂ ਵਾਲੀ ਕਿਹੜੀ ਆ, ਕੁਆਂਟੀਫਾਇਰਸ ਅਤੇ ਕੁਆਲੀਫਾਇਰਸ। ਜੇ ਕੁਆਂਟੀਫਾਇਰਸ ਅਤੇ ਕੁਆਲੀਫਾਇਰਸ ਜਿਹੜੇ ਹੈਗੇ ਤੁਹਾਡੇ ਕੁਐਸਚਨ ਦੇ ਵਿੱਚ ਆਉਂਦੇ ਆ ਤਾਂ ਕਾਈਂਡਲੀ ਪੇ ਅਟੈਂਸ਼ਨ ਟੂ ਇਟ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਕਿ ਜਿਹੜਾ ਤੁਹਾਡਾ ਆਨਸਰ ਹੁੰਦਾ ਉਹ ਕੁਆਂਟੀਫਾਇਰ ਅਤੇ ਕੁਆਲੀਫਾਇਰਸ 'ਤੇ ਹੀ ਬੇਸਡ ਹੁੰਦਾ। ਕੁਆਂਟੀਫਾਇਰਸ ਕੀ ਹੁੰਦੇ ਆ, ਕੁਆਲੀਫਾਇਰਸ ਕੀ ਹੁੰਦੇ, ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਹੈ ਟਾਈਮ ਫਰੇਜ਼। ਜੇ ਕੋਈ ਟਾਈਮ ਫਰੇਜ਼ ਦਿੱਤਾ ਹੋਇਆ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਕਿਉਂਕਿ ਟਾਈਮ ਫਰੇਜ਼ ਆ ਜਿਹੜਾ ਇਹ ਸਾਡੀ ਲੋਕੇਸ਼ਨ ਲੱਭਣ ਵਿੱਚ ਵੀ ਸਾਡੀ ਮਦਦ ਕਰਦਾ। ਠੀਕ ਹੈ, ਇਸ ਤੋਂ ਇਲਾਵਾ ਕਈ ਵਾਰ ਜਿਹੜਾ ਕੁਐਸਚਨ ਦਾ ਆਨਸਰ ਆ ਉਹ ਇਹਦੇ 'ਤੇ ਹੀ ਬੇਸਡ ਹੁੰਦਾ, ਤਾਂ ਕਾਈਂਡਲੀ ਆਪਾਂ ਇਹਦੇ 'ਤੇ ਵੀ ਅਟੈਂਸ਼ਨ ਪੇ ਕਰਨੀ ਹੈ ਜੇ ਸਾਨੂੰ ਟਾਈਮ ਫਰੇਜ਼ ਦਿੱਤਾ ਹੋਏਗਾ। ਟਾਈਮ ਫਰੇਜ਼ ਮਤਲਬ ਕੋਈ ਵੀ ਸੈਂਚੁਰੀ ਹੋ ਸਕਦੀ ਹੈ, ਡੈਕੇਡ ਹੋ ਸਕਦਾ। ਠੀਕ ਹੈ, ਉਸ ਤੋਂ ਬਾਅਦ ਜੇ ਸਾਨੂੰ ਨੈਗੇਟਿਵ ਵਰਡ ਕੋਈ ਦਿੱਤਾ ਹੋਇਆ, ਜਿਵੇਂ ਨੋ ਹੋ ਗਿਆ, ਠੀਕ ਹੈ, ਆਈ ਐਮ ਵਾਲੇ ਵਰਡ ਹੋ ਗਏ, ਆਈ ਐਨ ਵਾਲੇ ਵਰਡ ਹੋ ਗਏ, ਆਈ ਐਲ ਵਾਲੇ ਵਰਡ ਹੋ ਗਏ, ਜਾਂ ਸਾਨੂੰ ਡਬਲ ਨੈਗੇਟਿਵ ਦਿੱਤਾ ਮਤਲਬ ਨੋਟ ਵੀ ਦਿੱਤਾ ਹੋਇਆ ਅਤੇ ਇੱਕ ਹੋਰ ਮਤਲਬ ਨੈਗੇਟਿਵ ਵਰਡ ਵੀ ਦਿੱਤਾ ਹੋਇਆ, ਤਾਂ ਅਸੀਂ ਉਹਨਾਂ 'ਤੇ ਵੀ ਕਾਈਂਡਲੀ ਜਿਹੜੀ ਹੈਗੀ ਆ ਅਟੈਂਸ਼ਨ ਪੇ ਕਰਨੀ ਹੈ, ਕਿਉਂਕਿ ਡਬਲ ਨੈਗੇਟਿਵ ਨੂੰ ਅਸੀਂ ਕਈ ਵਾਰ ਇਗਨੋਰ ਕਰ ਦਿੰਦੇ ਹਾਂ। ਠੀਕ ਹੈ, ਤਾਂ ਸਾਡਾ ਡਬਲ ਨੈਗੇਟਿਵ ਆਏਗਾ। ਮਤਲਬ ਇਹ ਤਿੰਨ ਚੀਜ਼ਾਂ ਜਦੋਂ ਵੀ ਸਾਡੇ ਕੁਐਸਚਨ ਵਿੱਚ ਆਉਣਗੀਆਂ ਅਸੀਂ ਕੁਐਸਚਨ ਨੂੰ ਬਹੁਤ ਹੀ ਕੇਅਰਫੁਲੀ ਰੀਡ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਪੰਜਵਾਂ ਜਿਹੜਾ ਸਾਡਾ ਰੂਲ ਉਹ ਹੈਗਾ ਕਿ ਅਸੀਂ ਗ੍ਰਾਮਰ ਵੀ ਮੈਚ ਕਰਨੀ ਹੈ। ਕਈ ਵਾਰ ਕੀ ਹੁੰਦਾ ਕਿ ਇੱਕ ਜਗ੍ਹਾ 'ਤੇ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹੁੰਦੇ ਆ, ਦੂਸਰੀ ਜਗ੍ਹਾ 'ਤੇ ਪਾਸਟ ਦੀ ਗੱਲ ਕਰ ਰਹੇ ਹੁੰਦੇ ਆ, ਬਾਕੀ ਮੀਨਿੰਗ ਸਾਰਾ ਸੇਮ ਹੁੰਦਾ, ਤਾਂ ਅਸੀਂ ਕੀ ਕਰ ਦਿੰਦੇ ਹਾਂ, ਉਹਨੂੰ ਟਰੂ ਮਾਰਕ ਕਰ ਦਿੰਦੇ ਹਾਂ। ਬਟ ਉਹ ਟੈਂਸ ਦੀ ਜਿਹੜੀ ਹੈਗੀ ਆ ਡਿਸਪੈਰਿਟੀ ਹੋਣ ਕਰਕੇ ਉਹ ਕੀ ਆਨਸਰ ਹੁੰਦਾ, ਗਲਤ ਹੁੰਦਾ। ਠੀਕ ਹੈ, ਤਾਂ ਅਸੀਂ ਇਹ ਚੀਜ਼ਾਂ 'ਤੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਦੇਵਾਂਗੇ। ਠੀਕ ਹੈ, ਓਕੇ ਸਟੂਡੈਂਟ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਵਾਟ ਆਰ ਕੁਆਂਟੀਫਾਇਰਸ। ਕੁਆਂਟੀਫਾਇਰ ਕੀ ਹੁੰਦੇ ਆ? A quantifier is a word or a phrase which is used before a noun. ਇਹ ਇੱਕ ਇੱਦਾਂ ਦਾ ਵਰਡ ਜਾਂ ਫਰੇਜ਼ ਹੁੰਦਾ ਜਿਹੜਾ ਇੱਕ ਨਾਊਨ ਤੋਂ ਪਹਿਲਾਂ ਯੂਜ਼ ਕੀਤਾ ਜਾਂਦਾ ਟੂ ਇੰਡੀਕੇਟ ਦੀ ਅਮਾਊਂਟ ਔਰ ਕੁਆਂਟਿਟੀ। ਮਤਲਬ ਉਹ ਨਾਊਨ ਦੀ ਅਮਾਊਂਟ ਕਿੰਨੀ ਹੈ ਜਾਂ ਕੁਆਂਟਿਟੀ ਕਿੰਨੀ ਹੈ ਇਹ ਦੱਸਣ ਲਈ ਜਿਹੜਾ ਹੈਗਾ ਅਸੀਂ ਕੁਆਂਟੀਫਾਇਰ ਯੂਜ਼ ਕਰਦੇ ਹਾਂ। ਠੀਕ ਹੈ, ਆਹ ਵਾਲੇ ਜਿਹੜੇ ਕੁਆਂਟੀਫਾਇਰਸ ਆ ਇਹ ਉਹ ਵਾਲੇ ਕੁਆਂਟੀਫਾਇਰਸ ਆ ਜਿਹੜੇ ਕਾਊਂਟੇਬਲ ਨਾਊਨਸ ਨਾਲ ਯੂਜ਼ ਹੁੰਦੇ ਆ। ਕਾਊਂਟੇਬਲ ਨਾਊਨਸ ਉਹ ਨਾਊਨ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਗਿਣ ਸਕਦੇ ਹਾਂ, ਜਿਵੇਂ ਅ ਮੈਜੋਰਟੀ ਆਫ, ਅ ਨੰਬਰ ਆਫ, ਸੈਵਰਲ, ਮੈਨੀ, ਅ ਲਾਰਜ ਨੰਬਰ ਆਫ, ਆ ਫਿਊ, ਫਿਊ, ਵੈਰੀ ਫਿਊ। ਇਹ ਉਹ ਵਾਲੇ ਕੁਆਂਟੀਫਾਇਰਸ ਆ ਜਿਹੜੇ ਅਸੀਂ ਕਾਊਂਟੇਬਲ ਨਾਊਨਸ ਨਾਲ ਯੂਜ਼ ਕਰਾਂਗੇ। ਜਿਵੇਂ ਕਾਊਂਟੇਬਲ ਨਾਊਨਸ ਕਿਹੜੇ ਹੁੰਦੇ ਆ, ਜਿਵੇਂ ਕਾਰ ਹੋ ਗਈ, ਮੋਟਰਸਾਈਕਲ ਹੋ ਗਿਆ, ਉਹਨਾਂ ਨੂੰ ਅਸੀਂ ਗਿਣ ਸਕਦੇ ਹਾਂ ਨਾ। ਤਾਂ ਆਹ ਵਾਲੇ ਜਿਹੜੇ ਹੈਗੇ ਆ ਕੁਆਂਟੀਫਾਇਰਸ ਉਹ ਵਾਲੇ ਕੁਆਂਟੀਫਾਇਰਸ ਆ ਜਿਹੜੇ ਅਸੀਂ ਅਨਕਾਊਂਟੇਬਲ ਨਾਊਨਸ ਨਾਲ ਯੂਜ਼ ਕਰਦੇ ਹਾਂ। ਅਨਕਾਊਂਟੇਬਲ ਨਾਊਨਸ ਕਿਹੜੇ ਹੁੰਦੇ ਆ, ਜਿਵੇਂ ਮਿਲਕ ਹੋ ਗਿਆ, ਵਾਟਰ ਹੋ ਗਿਆ। ਠੀਕ ਹੈ, ਉਹਦੇ ਨਾਲ ਅਸੀਂ ਮੱਚ, ਅ ਬਿਟ, ਅ ਗ੍ਰੇਟ ਡੀਲ ਆਫ, ਅ ਲਾਰਜ ਕੁਆਂਟਿਟੀ ਆਫ, ਅ ਲਿਟਲ, ਲਿਟਲ, ਵੈਰੀ ਲਿਟਲ, ਇਹ ਵਾਲੇ ਯੂਜ਼ ਕਰਦੇ ਹਾਂ। ਠੀਕ ਹੈ, ਤੀਸਰੀ ਕੈਟਾਗਰੀ ਉਹ ਵਾਲੇ ਕੁਆਂਟੀਫਾਇਰਸ ਦੀ ਜਿਹੜੇ ਅਸੀਂ ਕਾਊਂਟੇਬਲ ਅਤੇ ਅਨਕਾਊਂਟੇਬਲ ਦੋਨਾਂ ਨਾਲ ਯੂਜ਼ ਕਰ ਸਕਦੇ ਹਾਂ, ਜਿਵੇਂ ਇਨਫ, ਆਲ, ਮੋਰ, ਮੋਸਟ, ਲੈਸ, ਲੀਸਟ। ਠੀਕ ਹੈ, ਜਦੋਂ ਵੀ ਕੋਈ ਕੁਆਂਟੀਫਾਇਰ ਆਏਗਾ ਤਾਂ ਅਸੀਂ ਉਹਨੂੰ ਬਹੁਤ ਹੀ ਕੇਅਰਫੁਲੀ ਪੜ੍ਹਾਂਗੇ, ਕਿਉਂਕਿ ਉਹ ਕੁਆਂਟੀਫਾਇਰ ਜਿਹੜਾ ਹੈਗਾ ਇੱਕ ਅਲੱਗ ਹੀ ਮੀਨਿੰਗ ਕਨਵੇ ਕਰਦਾ ਹੁੰਦਾ ਪੂਰੇ ਦੇ ਪੂਰੇ ਸੈਂਟੈਂਸ ਵਿੱਚ। ਅਤੇ ਜਦੋਂ ਅਸੀਂ ਉਹ ਸੈਂਟੈਂਸ ਦੇ ਮੀਨਿੰਗ ਨੂੰ ਮੈਚ ਕਰਨਾ ਦੂਸਰੀ ਸਾਈਡ ਸਟੇਟਮੈਂਟ ਨਾਲ, ਤਾਂ ਅਸੀਂ ਉਹ ਕੁਆਂਟੀਫਾਇਰ ਵੀ ਦੇਖਣਾ ਕਿ ਕੀ ਉਹ ਕੁਆਂਟੀਫਾਇਰ ਵੀ ਕੈਰੀ ਹੋ ਰਿਹਾ, ਮਤਲਬ ਕੀ ਉਹ ਕੁਆਂਟੀਫਾਇਰ ਦੇ ਨਾਲ ਸਿਮਿਲਰ ਮੀਨਿੰਗ ਉੱਧਰ ਕਨਵੇ ਹੋ ਰਿਹਾ ਜਾਂ ਨਹੀਂ ਹੋ ਰਿਹਾ। ਠੀਕ, ਕਈ ਵਾਰ ਬਾਕੀ ਸਾਰਾ ਮੀਨਿੰਗ ਮੈਚ ਕਰ ਰਿਹਾ ਹੁੰਦਾ ਬਟ ਉਹ ਕੁਆਂਟੀਫਾਇਰ ਵਾਲਾ ਜਿਹੜਾ ਮੀਨਿੰਗ ਹੁੰਦਾ ਉਹ ਦੂਸਰੀ ਸਾਈਡ ਮੈਚ ਨਹੀਂ ਕਰ ਰਿਹਾ ਹੁੰਦਾ। ਠੀਕ ਹੈ, ਤਾਂ ਅਸੀਂ ਕੁਆਂਟੀਫਾਇਰਸ 'ਤੇ ਹੀ ਬਹੁਤ ਧਿਆਨ ਦੇਵਾਂਗੇ ਜਦੋਂ ਇਹ ਕਿਸੇ ਵੀ ਕੁਐਸਚਨ ਵਿੱਚ ਆਉਣਗੇ। ਓਕੇ ਸਟੂਡੈਂਟਸ, ਹੁਣ ਅਸੀਂ ਕੁਆਂਟੀਫਾਇਰਸ ਤੋਂ ਬਾਅਦ ਕੁਆਲੀਫਾਇਰਸ ਦੀ ਗੱਲ ਕਰਦੇ ਹਾਂ। ਕੁਆਲੀਫਾਇਰਸ ਕੀ ਹੁੰਦੇ ਆ? ਅ ਵਰਡ ਸਚ ਐਜ਼ ਐਨ ਐਡਜੈਕਟਿਵ ਔਰ ਵਰਡ ਗਰੁੱਪ ਦੈਟ ਲਿਮਿਟਸ ਔਰ ਮੋਡੀਫਾਈਜ਼ ਦੀ ਮੀਨਿੰਗ ਆਫ ਅਨਦਰ ਵਰਡ ਔਰ ਵਰਡ ਗਰੁੱਪ। ਉਹ ਵਰਡ ਜਿਹੜੇ ਦੂਸਰੇ ਵਰਡ ਦੇ ਮੀਨਿੰਗ ਨੂੰ ਲਿਮਿਟਡ ਕਰ ਦਿੰਦੇ, ਜਿਵੇਂ ਕਿਸੇ ਨਾਊਨ ਦੇ ਮੀਨਿੰਗ ਨੂੰ ਜਿਹੜਾ ਹੈਗਾ ਲਿਮਿਟਡ ਕਰ ਦਿੰਦੇ। ਜਿਵੇਂ
ਕੁਆਲੀਫਾਇਰਸ ਕਿਹੜੇ ਹੁੰਦੇ ਆ? often, very, exactly, well, always, slowly, mostly, to, never, softly, seldom, nicely, clearly। ਜਦੋਂ ਵੀ ਇੱਦਾਂ ਦੇ ਵਰਡ ਆਉਣਗੇ, ਮਤਲਬ ਕੋਈ ਐਡਵਰਬ ਆਏਗੀ ਜਾਂ ਐਡਜੈਕਟਿਵ ਆਏਗਾ, ਤਾਂ ਅਸੀਂ ਕਾਈਂਡਲੀ ਉਹਦੇ 'ਤੇ ਵੀ ਅਟੈਂਸ਼ਨ ਪੇ ਕਰਨੀ ਹੈ ਅਤੇ ਉਹਦਾ ਵੀ ਮੀਨਿੰਗ ਜਿਹੜਾ ਹੈਗਾ ਅਸੀਂ ਜਦੋਂ ਕੁਐਸਚਨ ਦਾ ਮੀਨਿੰਗ ਪੜ੍ਹਾਂਗੇ ਤਾਂ ਮਤਲਬ ਕਿ ਉਹਦੇ ਨਾਲ ਹੀ ਮਿਲਾ ਕੇ ਦੇਖਣਾ। ਠੀਕ ਹੈ, ਤੁਸੀਂ ਉਹ ਕੁਆਲੀਫਾਇਰ ਨੂੰ ਵੀ ਦੂਸਰੀ ਸਾਈਡ ਦੇਖਣਾ ਕਿ ਕੀ ਉਹ ਕੁਆਲੀਫਾਇਰ ਵੀ ਸੇਮ ਦੂਸਰੀ ਸਾਈਡ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ। ਠੀਕ ਹੈ ਨਾ, ਬਹੁਤ ਸਾਰੇ ਸਟੂਡੈਂਟ ਕੀ ਉਹ ਕੁਆਂਟੀਫਾਇਰਸ ਅਤੇ ਕੁਆਲੀਫਾਇਰਸ ਨੂੰ ਇਗਨੋਰ ਕਰ ਦਿੰਦੇ ਆ, ਬਟ ਜੇ ਤੁਸੀਂ ਇਹਨਾਂ ਨੂੰ ਇਗਨੋਰ ਕਰਕੇ ਕੁਐਸਚਨ ਨੂੰ ਪੜ੍ਹੋਗੇ ਤਾਂ ਤੁਹਾਨੂੰ ਮੀਨਿੰਗ ਕਦੇ ਵੀ ਜਿਹੜਾ ਪੂਰਾ ਮੀਨਿੰਗ ਉਹ ਕਦੇ ਵੀ ਸਮਝ ਨਹੀਂ ਆਏਗਾ। ਠੀਕ ਹੈ, ਅਤੇ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਟਰੂ ਫਾਲਸ ਵਿੱਚ ਇੱਕ ਛੋਟੇ ਛੋਟੇ ਵਰਡ ਦੇ ਮੀਨਿੰਗ ਹੀ ਹੁੰਦੇ ਜਿਹੜੇ ਕਿ ਪੂਰੇ ਦੇ ਪੂਰੇ ਕੁਐਸਚਨ ਨੂੰ ਟਰੂ ਕਰ ਦਿੰਦੇ ਅਤੇ ਪੂਰੇ ਦੇ ਪੂਰੇ ਕੁਐਸਚਨ ਨੂੰ ਫਾਲਸ ਕਰ ਦਿੰਦੇ। ਨੈਕਸਟ ਗੱਲ ਜਿਹੜੀ ਅਸੀਂ ਕਰਾਂਗੇ ਉਹ ਕਰਾਂਗੇ ਟਾਈਮ ਫਰੇਜ਼ ਦੀ। ਟਾਈਮ ਫਰੇਜ਼ ਜਿਹੜਾ ਕੁਐਸਚਨ ਦੇ ਵਿੱਚ ਆ ਉਹ ਤੁਹਾਡੀ ਦੋ ਚੀਜ਼ਾਂ 'ਚ ਹੈਲਪ ਕਰਦਾ। ਇੱਕ ਤਾਂ ਲੋਕੇਸ਼ਨ ਲੱਭਣ ਲਈ। ਠੀਕ ਹੈ, ਮੈਂ ਹਮੇਸ਼ਾ ਸਟੂਡੈਂਟਸ ਨੂੰ ਇਹ ਚੀਜ਼ ਕਹਿਣਾ ਹੁੰਦਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਦੀ ਲੋਕੇਸ਼ਨ ਲੱਭਣੀ ਆ ਤਾਂ ਜੇ ਤੁਹਾਡੇ ਕੁਐਸਚਨ ਦੇ ਵਿੱਚ ਟਾਈਮ ਦਿੱਤਾ ਹੋਇਆ, ਠੀਕ ਹੈ, ਤਾਂ ਪਲੀਜ਼ ਟਾਈਮ ਨੂੰ ਜਿਹੜੀ ਹੈਗੀ ਸਭ ਤੋਂ ਪਹਿਲਾਂ ਜਿਹੜੀ ਮਤਲਬ ਕਿ ਪ੍ਰੈਫਰੈਂਸ ਜਿਹੜੀ ਤੁਹਾਡੀ ਟਾਈਮ ਨੂੰ ਹੋਣੀ ਚਾਹੀਦੀ ਹੈ ਲੋਕੇਸ਼ਨ ਵਾਸਤੇ, ਕਿਉਂਕਿ ਟਾਈਮ ਜਿਹੜਾ ਹੈਗਾ ਪੂਰੀ ਦੀ ਪੂਰੀ ਸਟੇਟਮੈਂਟ ਵਿੱਚ ਬਹੁਤ ਘੱਟ ਜਗ੍ਹਾ 'ਤੇ ਦਿੱਤਾ ਹੁੰਦਾ। ਠੀਕ ਹੈ ਨਾ, ਤਾਂ ਟਾਈਮ ਲੋਕੇਸ਼ਨ ਲੱਭਣ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਕਰਦਾ। ਫੋਰ ਐਗਜ਼ਾਮਪਲ ਜੇ ਤੁਹਾਡੇ ਕੁਐਸਚਨ ਵਿੱਚ 1959 ਲਿਖਿਆ ਤਾਂ ਤੁਸੀਂ ਬਾਕੀ ਕੀਵਰਡ ਲੱਭਣ ਦੀ ਬਜਾਏ 1959 ਲੱਭੋ ਪੂਰੇ ਦੇ ਪੂਰੀ ਸਟੇਟਮੈਂਟ ਵਿੱਚ। ਠੀਕ ਹੈ, ਜੇ 1959 ਨੂੰ ਕਿੱਦਾਂ ਲਿਖਿਆ ਜਾ ਸਕਦਾ ਇਹ ਲੱਭੋ। ਠੀਕ ਹੈ, ਇਹ ਚੀਜ਼ ਸਾਨੂੰ ਬਹੁਤ ਹੀ ਬੈਨੀਫਿਟ ਦਿੰਦੀ ਹੈ ਈਜ਼ੀ ਮਤਲਬ ਕਿ ਈਜ਼ਲੀ ਐਂਡ ਜਲਦੀ ਲੋਕੇਸ਼ਨ ਲੱਭਣ ਵਿੱਚ। ਠੀਕ ਹੈ, ਤਾਂ ਇੱਕ ਤਾਂ ਇਹਦਾ ਇਹ ਫਾਇਦਾ ਕਿ ਸਾਨੂੰ ਲੋਕੇਸ਼ਨ ਲੱਭਣ ਵਿੱਚ ਹੈਲਪ ਕਰਦਾ। ਦੂਸਰਾ ਇਹ ਹੈ ਕਿ ਟਾਈਮ ਫਰੇਜ਼ 'ਤੇ ਵੀ ਬਹੁਤ ਸਾਰੇ ਜਿਹੜੇ ਟਰੂ ਫਾਲਸ ਕੁਐਸਚਨਸ ਆ ਉਹ ਬੇਸਡ ਹੁੰਦੇ ਆ। ਠੀਕ ਹੈ, ਟਾਈਮ ਫਰੇਜ਼ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਿਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਉਹ ਹੈਗਾ ਸੈਂਚੁਰੀ। ਠੀਕ ਹੈ ਨਾ, ਸੈਂਚੁਰੀ ਬਾਰੇ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ। ਠੀਕ ਹੈ, ਜਿਵੇਂ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ 19th ਸੈਂਚੁਰੀ ਕਿਹੜੀ ਹੈ। ਉਹ ਕਹਿ ਦਿੰਦੇ ਸੀ 1901 ਤੋਂ ਲੈ ਕੇ 1999 ਤੱਕ, ਬਟ ਦਿਸ ਇਜ਼ ਰੋਂਗ। ਠੀਕ ਹੈ ਨਾ, 19th ਸੈਂਚੁਰੀ ਜਿਹੜੀ ਸੈਂਚੁਰੀ ਹੈ ਉਹ ਹਮੇਸ਼ਾ 100 ਸਾਲ ਪਿੱਛੇ ਚੱਲਦੀ ਹੈ। ਜੇ 19th ਲਿਖਿਆ ਇਹਦਾ ਮਤਲਬ 1801 ਤੋਂ ਲੈ ਕੇ 1899 ਤੱਕ। ਠੀਕ ਹੈ ਨਾ, ਫਿਰ ਇਸੇ ਸੈਂਚੁਰੀ ਨੂੰ ਅੱਗੇ 3 ਹਿੱਸਿਆਂ ਵਿੱਚ ਵੰਡਿਆ ਜਾਂਦਾ। ਠੀਕ ਹੈ, ਜਿਵੇਂ ਅਰਲੀ ਹੋ ਗਿਆ, ਮਿਡ ਹੋ ਗਿਆ, ਠੀਕ ਹੈ, ਫਿਰ ਲੇਟ ਹੋ ਗਿਆ। ਠੀਕ ਹੈ, ਅਰਲੀ ਸੈਂਚੁਰੀ ਜਿਹੜੀ ਹੁੰਦੀ ਆ ਉਹ ਕੀ ਹੁੰਦੀ ਆ 01 ਤੋਂ ਲੈ ਕੇ 45 ਤੱਕ ਹੁੰਦੀ ਹੈ। ਠੀਕ ਹੈ, ਫਿਰ ਮਿਡ ਸੈਂਚੁਰੀ ਕਿਹੜੀ ਹੁੰਦੀ ਆ 45 ਤੋਂ ਲੈ ਕੇ 55 ਤੱਕ ਵਾਲੇ ਜਿਹੜੇ ਸਾਲ ਉਹਨਾਂ ਨੂੰ ਮਿਡ ਸੈਂਚੁਰੀ ਗਿਣਿਆ ਜਾਂਦਾ। ਠੀਕ ਹੈ, ਫਿਰ ਲੇਟ ਕਿਹੜੀ ਗਿਣੀ ਜਾਂਦੀ ਆ 55 ਤੋਂ ਲੈ ਕੇ 99 ਜਿਹੜੇ ਤੱਕ ਦੇ ਈਅਰਸ ਹੁੰਦੇ ਆ ਉਹਨਾਂ ਨੂੰ ਲੇਟ ਸੈਂਚੁਰੀ ਵਿੱਚ ਗਿਣਿਆ ਜਾਂਦਾ। ਠੀਕ ਹੈ, ਇਸ ਤੋਂ ਇਲਾਵਾ ਸੈਂਚੁਰੀ ਨੂੰ ਹੋਰ ਵੀ ਬਹੁਤ ਸਾਰੇ ਤਰੀਕੇ ਨਾਲ ਡਿਵਾਈਡ ਕੀਤਾ ਜਾਂਦਾ। ਜਿਵੇਂ ਸੈਂਚੁਰੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ, ਫਸਟ ਹਾਫ ਐਂਡ ਸੈਕਿੰਡ ਹਾਫ। ਫਸਟ ਹਾਫ ਕਿਹੜਾ ਹੁੰਦਾ ਜਿਹੜਾ 1 ਤੋਂ ਲੈ ਕੇ 50 ਤੱਕ ਹੁੰਦਾ। ਸੈਕਿੰਡ ਹਾਫ ਜਿਹੜਾ 51 ਤੋਂ ਲੈ ਕੇ 100 ਤੱਕ ਹੁੰਦਾ। ਠੀਕ ਹੈ ਨਾ, ਇਸ ਸੈਂਚੁਰੀ ਨੂੰ ਮਤਲਬ ਇਸ ਤਰੀਕੇ ਨਾਲ ਵੀ ਵੰਡਿਆ ਜਾ ਸਕਦਾ। ਠੀਕ ਹੈ, ਇਹਦੇ ਤੋਂ ਇਲਾਵਾ ਮਤਲਬ ਕਿ ਜਿਹੜਾ ਟਾਈਮ ਫਰੇਜ਼ ਆ ਉਹਦੇ ਵਿੱਚ ਡੈਕੇਡ ਵੀ ਹੁੰਦਾ। ਜਿਵੇਂ ਡੈਕੇਡ ਕੀ ਹੁੰਦਾ 10 ਈਅਰਸ ਨੂੰ ਅਸੀਂ ਡੈਕੇਡ ਕਹਿੰਦੇ ਹਾਂ। ਠੀਕ ਹੈ ਨਾ, ਡੈਕੇਡ ਮਤਲਬ 10 ਈਅਰਸ, ਸੈਂਚੁਰੀ ਮਤਲਬ 100 ਈਅਰਸ। ਠੀਕ ਹੈ ਨਾ, ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਟਾਈਮ ਫਰੇਜ਼ ਬਾਰੇ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਜਿਵੇਂ ਕਿ ਕਈ ਵਾਰ ਕੀ ਹੁੰਦਾ ਉਸ ਮਤਲਬ ਕਿ ਕੁਐਸਚਨ ਵਿੱਚ ਜਾਂ ਸਟੇਟਮੈਂਟ ਵਿੱਚ ਸਾਨੂੰ ਇੱਦਾਂ ਲਿਖਿਆ ਹੁੰਦਾ 1920s। ਠੀਕ ਹੈ, ਮਤਲਬ 1920s ਜਿਹੜੀ ਇਹ ਐਸ ਆ ਨਾ ਇਹ 21, 22, 23, 24, 25, 26, 27, 28, 29। ਠੀਕ ਹੈ, ਇਹਨਾਂ ਸਾਰਿਆਂ ਨੂੰ ਹੀ ਜਿਹੜਾ ਹੈਗੀ ਆ ਕੰਸਿਸਟ ਕਰਦੀ ਹੈ, ਕੰਟੇਨ ਕਰਦੀ ਹੈ। ਮਤਲਬ ਇਹ ਐਸ ਵਿੱਚ ਆ ਸਾਰੇ ਆ ਜਾਂਦੇ ਆ। ਜੇ ਇੱਕ ਸਾਈਡ ਆ ਲਿਖਿਆ ਹੋਇਆ ਤਾਂ ਦੂਸਰੀ ਸਾਈਡ ਇਹਨਾਂ ਵਿੱਚੋਂ ਕੋਈ ਵੀ ਇੱਕ ਲਿਖਿਆ ਹੋਇਆ ਮਤਲਬ ਦੋਨਾਂ ਦਾ ਮੀਨਿੰਗ ਸੇਮ ਹੈ। ਠੀਕ ਹੈ ਨਾ, 20s ਜਿਹੜੀ ਐਸ ਆਈ ਮਤਲਬ ਇੱਕ ਜਿਹੜਾ 1 ਡੈਕੇਡ ਹੈਗਾ ਉਹਨੂੰ ਕੈਰੀ ਕਰਦੀ ਹੈ। ਠੀਕ ਹੈ, ਸਮਝ ਗਏ ਨਾ। ਤਾਂ ਕਈ ਵਾਰ ਸਟੂਡੈਂਟ ਇਹਨੂੰ ਵੀ ਕਹਿ ਦਿੰਦੇ ਸਰ ਜੀ ਉੱਧਰ ਤਾਂ 1920 ਲਿਖਿਆ ਤਾਂ 25 ਲਿਖਿਆ, ਇਟ ਮੀਨਸ ਫਾਲਸ। ਨਹੀਂ, 20s ਲਿਖਿਆ ਤਾਂ ਇਹ ਚੀਜ਼ ਜਿਹੜੀ ਹੈਗੀ ਆ ਇਹ 1 ਡੈਕੇਡ ਨੂੰ ਜਿਹੜਾ ਹੈਗਾ ਇਹ ਕੰਟੇਨ ਕਰਦੀ ਹੈ। ਅਤੇ ਇਸ ਜਿਹੜੀਆਂ ਹੈਗੀਆਂ ਟਾਈਮ ਫਰੇਜ਼ ਦੇ ਬਾਰੇ ਗੱਲਾਂ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਠੀਕ ਹੈ, ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਆ ਟਰੂ ਫਾਲਸ ਕੁਐਸਚਨ ਵਿੱਚ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਵਾਲੀਆਂ ਜਿਹੜੀਆਂ ਹੈਗੀਆਂ ਇਹ ਸਮਝ ਆਈਆਂ ਹੋਣਗੀਆਂ। ਲੈਟਸ ਮੂਵ ਟੂ ਨੈਕਸਟ। ਉਸ ਤੋਂ ਬਾਅਦ ਆ ਜਾਂਦਾ ਨੈਗੇਟਿਵ ਅਤੇ ਡਬਲ ਨੈਗੇਟਿਵਸ। ਠੀਕ ਹੈ, ਡਬਲ ਨੈਗੇਟਿਵ ਜਦੋਂ ਵੀ ਆ ਜਾਂਦਾ ਸੀ ਯੂਜ਼ਲੀ ਮੈਥ ਵਿੱਚ ਪੜ੍ਹਦੇ ਆਏ ਕਿ ਨੈਗੇਟਿਵ ਇਕੁਅਲ ਟੂ ਪਲੱਸ। ਇੱਦਾਂ ਹੀ ਇੰਗਲਿਸ਼ 'ਚ ਕਿ ਜੇ ਤੁਹਾਨੂੰ ਡਬਲ ਨੈਗੇਟਿਵ ਦਿੱਤਾ ਇਟ ਮੀਨਸ ਜਿਹੜਾ ਕੁਐਸਚਨ ਆ ਉਹ ਪੋਜ਼ੀਟਿਵ ਮੀਨਿੰਗ ਦੇ ਰਿਹਾ। ਜਿਵੇਂ ਕਿ ਆਪਾਂ ਆਹ ਵਾਲਾ ਇੱਕ ਸੈਂਟੈਂਸ ਪੜ੍ਹਾਂਗੇ ਤੁਹਾਨੂੰ ਸਮਝ ਆ ਜਾਏਗਾ। ਜਿਵੇਂ ਸੈਂਟੈਂਸ ਦਿੱਤਾ ਹੋਇਆ ਕਿ ਇਟ ਇਜ਼ ਅਨਲਾਈਕਲੀ ਪਹਿਲਾ ਨੈਗੇਟਿਵ ਆ ਗਿਆ ਇਟ ਇਜ਼ ਅਨਲਾਈਕਲੀ ਦੀ ਕਾਰ ਵਿਲ ਨੋਟ ਵਿਨ ਦੀ ਰੇਸ। ਮਤਲਬ ਇਹ ਨਹੀਂ ਹੋ ਸਕਦਾ
ठीक है, कि कार रेस ना जिते, ठीक है, ये मतलब इट इज़ नॉट पॉसीबल, अनलाइकली, मतलब ये पॉसीबल नहीं हैगा कि कार रेस ना जिते, ठीक। उन्होंने ये कह रहा है कि ये पॉसीबल नहीं हैगा कि कार रेस ना जिते, मतलब कि कार रेस जितूगी, ठीक है। एक आ वाला नैगेटिव है, एक आ वाला नैगेटिव है, मतलब पॉजिटिव, सेंटेंस पॉजिटिव मीनिंग दे रहा है। ਇਹਦਾ ਸੇਮ ਮੀਨਿੰਗ ਇਜ਼ ਦੀ ਸੇਮ ਮੀਨਿੰਗ ਐਜ਼ ਇਟ ਇਜ਼ ਲਾਈਕਲੀ ਦੀ ਕਾਰ ਵਿਲ ਵਿਨ ਦੀ ਰੇਸ, ਮਤਲਬ ਇਹਦਾ ਮੀਨਿੰਗ ਇਹੀ ਹੈ ਕਿ ਕਾਰ ਰੇਸ ਜਿੱਤੂਗੀ, ਠੀਕ ਹੈ। ਡਬਲ ਜਦੋਂ ਵੀ ਨੈਗੇਟਿਵ ਆਏਗਾ ਤਾਂ ਮਤਲਬ ਉਹ ਪੋਜ਼ਿਟਿਵ ਮੀਨਿੰਗ ਦੇ ਰਿਹਾ। ਨੈਗੇਟਿਵ ਵਰਡਸ ਇਨਕਲੂਡ ਨॉट ਐਂਡ कैन नॉट अलॉन्ग विद द वर्ड्स बिगिनिंग विद द प्रीफिक्सेस, ठीक है। बहुत सारे वर्ड आ ਜਿਹੜੇ ਉਹਨਾਂ ਨੂੰ ਆਹ ਵਾਲੇ ਪ੍ਰੀਫਿਕਸ ਲਗਾ ਕੇ, ਪ੍ਰੀਫਿਕਸ ਹੁੰਦੇ ਆ ਜਿਵੇਂ ਆਪਾਂ ਕਿਸੇ ਵੀ ਵਰਡ ਦੇ ਅੱਗੇ ਲਗਾ ਦਿੰਦੇ ਹਾਂ ਤਾਂ ਨੈਗੇਟਿਵ ਬਣ ਜਾਂਦਾ, ਜਿਵੇਂ ਲਾਈਕ ਨੂੰ ਡਿਸਲਾਈਕ ਹੋ ਗਿਆ, ਲਿਟਰੇਟ ਦਾ ਇਲਿਟਰੇਟ ਹੋ ਗਿਆ, ਪੋਸੀਬਲ ਤੇ ਆਈ ਐਮ ਲਗਾਤਾ ਤਾਂ ਇੰਪੋਸੀਬਲ ਬਣ ਗਿਆ, ਨੈਗੇਟਿਵ ਬਣ ਗਿਆ, ਠੀਕ ਹੈ ਨਾ। ਐਕਟਿਵ ਆ ਉਹਦੇ ਮੂਹਰੇ ਆਈ ਐਨ ਲਗਾਤਾ ਤਾਂ ਇਨਐਕਟਿਵ ਬਣ ਗਿਆ, ਰੈਲੇਵੈਂਟ ਤੇ ਆਪਾਂ ਆਈ ਆਰ ਲਗਾਤਾ ਇਰਰੈਲੇਵੈਂਟ ਬਣ ਗਿਆ, ਠੀਕ ਹੈ ਨਾ। ਇੱਦਾਂ ਹੀ ਨੇਟਿਵ ਉਸ ਤੋਂ ਬਾਅਦ ਨੋਨ ਨੇਟਿਵ ਬਣ ਗਿਆ, ਠੀਕ ਹੈ ਨਾ। ਇੰਪੋਰਟੈਂਟ, ਮਤਲਬ ਜਿਵੇਂ ਆਪਾਂ ਹੋਰ ਵੀ ਬਹੁਤ ਸਾਰੇ ਵਰਡ ਜਿਹਨਾਂ ਦੇ ਅੱਗੇ ਅਨ ਲਗਾ ਕੇ ਜਿਹੜਾ ਹੈਗਾ ਉਹਨੂੰ ਨੈਗੇਟਿਵ ਬਣਾ ਸਕਦੇ ਹਾਂ, ਜਿਵੇਂ ਨੈਸੈਸਰੀ, ਅਨਨੈਸੈਸਰੀ। ਤਾਂ ਆਹ ਵਾਲੇ ਵਰਡ ਜਦੋਂ ਵੀ ਆਉਣਗੇ ਤਾਂ ਇਹਨਾਂ 'ਤੇ ਵੀ ਬਹੁਤ ਜ਼ਿਆਦਾ ਧਿਆਨ ਦੇਣਾ, ਕਿਉਂਕਿ ਨੈਗੇਟਿਵ ਮੀਨਿੰਗ ਕਨਵੇ ਕਰਦੇ ਆ। ਤਾਂ ਜਦੋਂ ਵੀ ਡਬਲ ਨੈਗੇਟਿਵ ਆਉਣਗੇ ਤਾਂ ਮਤਲਬ ਜਿਹੜਾ ਕੁਐਸਚਨ ਦਾ ਮੀਨਿੰਗ ਆ ਉਹ ਪੋਜ਼ਿਟਿਵ ਆ, ਠੀਕ ਹੈ ਨਾ। ਤਾਂ ਕਰਕੇ ਮੈਂ ਮਤਲਬ ਇਹ ਚੀਜ਼ ਨੂੰ ਕੰਸੀਡਰ ਕਰ ਦਿੰਦਾ ਕਿ ਨੈਗੇਟਿਵ ਅਤੇ ਡਬਲ ਨੈਗੇਟਿਵਸ ਜਦੋਂ ਵੀ ਤੁਹਾਡੇ ਕੁਐਸਚਨ 'ਚ ਆਉਣਗੇ ਤਾਂ ਕਾਈਂਡਲੀ ਪੇ ਅਟੈਂਸ਼ਨ ਟੂ ਦੈਮ, ਠੀਕ ਹੈ ਨਾ। ਕਈ ਵਾਰ ਸਾਨੂੰ ਇਹਨਾਂ ਕਰਕੇ ਜਿਹੜਾ ਕੁਐਸਚਨ ਦਾ ਮੀਨਿੰਗ ਆ ਉਹ ਸਮਝ ਨਹੀਂ ਆਉਂਦਾ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ 70% ਸਾਡਾ ਜਿਹੜਾ ਆਨਸਰ ਆ ਉਦੋਂ ਗਲਤ ਹੁੰਦਾ ਜਦੋਂ ਸਾਨੂੰ ਕੁਐਸਚਨ ਨਹੀਂ ਸਮਝ ਆਇਆ ਹੁੰਦਾ, ਠੀਕ ਹੈ। ਤਾਂ ਕੁਐਸਚਨ ਨੂੰ ਸਮਝਣ ਲਈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਪਹਿਲਾਂ ਕੁਆਂਟੀਫਾਇਰਸ ਅਤੇ ਕੁਆਲੀਫਾਇਰਸ ਦੇਖਣੇ ਆ, ਠੀਕ ਹੈ। ਉਸ ਤੋਂ ਬਾਅਦ ਟਾਈਮ ਫਰੇਜ਼ ਦਿੱਤਾ ਹੋਇਆ ਤਾਂ ਉਹਦੇ 'ਤੇ ਕਾਈਂਡਲੀ ਅਟੈਂਸ਼ਨ ਪੇ ਕਰਨੀ ਹੈ। ਫਿਰ ਨੈਗੇਟਿਵ ਅਤੇ ਡਬਲ ਨੈਗੇਟਿਵਸ ਦਿੱਤੇ ਹੋਏ ਤਾਂ ਇਹਨਾਂ 'ਤੇ ਅਟੈਂਸ਼ਨ ਪੇ ਕਰਨੀ ਹੈ, ਠੀਕ ਹੈ। ਇਹ ਜਿਹੜਾ ਹੈਗਾ ਇਹ ਇੱਕ ਬਿਗਨਰ ਸਟੂਡੈਂਟ ਵਾਸਤੇ ਹੈ ਕਿ ਕੁਐਸਚਨ ਨੂੰ ਪੜ੍ਹਨਾ ਕਿੱਦਾਂ। ਓਕੇ, ਜਿਵੇਂ ਕਿ ਸਾਡੇ ਕੋਲ ਆ ਪਹਿਲਾ ਕੁਐਸਚਨ ਆ ਜਿਹੜਾ ਹੈਗਾ ਉਹ ਕਿ ਮੈਰੀ ਕਿਊਰੀਜ਼ ਹਸਬੈਂਡ ਵਾਜ਼ ਅ ਜੁਆਇੰਟ ਵਿਨਰ ਆਫ ਬੋਥ, ਕੁਆਂਟੀਫਾਇਰ ਆ ਗਿਆ ਨਾ, ਬੋਥ ਮੈਰੀ ਨੋਬਲ ਪ੍ਰਾਈਜ਼ਸ, ਕਿ ਉਹ ਜੁਆਇੰਟ ਵਿਨਰ ਸੀਗਾ, ਦੋਨੋਂ ਜਿਹੜੇ ਉਹਨੂੰ ਨੋਬਲ ਪ੍ਰਾਈਜ਼ ਮਿਲੇ ਸੀ। ਹੁਣ ਅਸੀਂ ਦੇਖਦੇ ਹਾਂ, ਮੈਰੀ ਕਿਊਰੀ ਇਜ਼ ਪ੍ਰੋਬੈਬਲੀ ਦੀ ਮੋਸਟ ਫੇਮਸ ਵੂਮਨ ਸਾਇੰਟਿਸਟ ਹੂ ਹੈਜ਼ ਐਵਰ ਲਿਵਡ, ਬੋਰਨ ਮਾਰੀਆ ਸਕੋਲਡੋਵਾਸਕਾ in Poland in 1867. She is famous for her work on radioactivity and was twice a winner of the Nobel Prize. मतलब ਉਹਨੇ 2 ਵਾਰ Nobel Prize ਜਿੱਤਿਆ ਸੀ। With her husband Pierre Curie and Henry Becquerel, she was awarded the 1903's Nobel Prize for Physics and was then sole winner. Sole winner मतलब ਇਕੱਲੀ, ਠੀਕ ਹੈ, of 1911's Nobel Prize for Chemistry, ਕਿ ਜਦੋਂ ਉਹਨੂੰ 1911 ਦਾ ਨੋਬਲ ਪ੍ਰਾਈਜ਼ ਮਿਲਿਆ ਸੀ ਕੈਮਿਸਟਰੀ ਲਈ, ਉਦੋਂ ਉਹ ਸੋਲ ਵਿਨਰ ਸੀ, ਮਤਲਬ ਇਕੱਲੀ ਨੇ ਹੀ ਜਿੱਤਿਆ ਸੀ। ਜਦ ਕਿ ਇੱਥੇ ਉਹ ਕਹਿ ਰਿਹਾ ਕਿ ਉਹਦਾ ਹਸਬੈਂਡ ਆ ਜਿਹੜਾ ਦੋਨਾਂ ਵਿੱਚ ਜੁਆਇੰਟ ਵਿਨਰ ਸੀਗਾ, ਠੀਕ ਹੈ ਨਾ। ਦੋਨਾਂ ਵਿੱਚ ਮਤਲਬ ਬੋਥ ਜਿਹੜੇ ਨੋਬਲ ਪ੍ਰਾਈਜ਼ ਮਿਲੇ ਸੀ ਉਹਨਾਂ 'ਚ ਜੁਆਇੰਟ ਵਿਨਰ ਸੀਗਾ, ਜਦ ਕਿ ਉਹ ਪਹਿਲਾਂ ਵਾਲੇ 1903 'ਚ ਜਿਹੜਾ ਮਿਲਿਆ ਸੀ ਉਹਦੇ 'ਚ ਜੁਆਇੰਟ ਵਿਨਰ ਸੀਗਾ, ਆਹ ਵਾਲਾ ਉਹਨੇ ਸੋਲ ਜਿੱਤਿਆ ਸੀ। ਤਾਂ ਮਤਲਬ ਆਹ ਬੋਥ ਕਰਕੇ ਜਿਹੜਾ ਇਹਦਾ ਆਨਸਰ ਕੀ ਆ ਰਿਹਾ, ਫਾਲਸ। ਤਾਂ ਸਮਝ ਲੱਗ ਗਈ ਨਾ ਕਿ ਹੁਣ ਅਸੀਂ ਕੁਆਂਟੀਫਾਇਰ ਜਿਹੜਾ ਹੈਗਾ ਉਹਨੂੰ ਕਿੱਦਾਂ ਦੇਖਣਾ ਜਿਹੜਾ ਹੈਗਾ ਕੁਐਸਚਨ ਵਿੱਚ। ਆਈ ਹੋਪ ਕਿ ਤੁਹਾਨੂੰ ਇਹ ਵਾਲਾ ਸਮਝ ਆਇਆ ਹੋਵੇਗਾ। ਨੈਕਸਟ ਜਿਹੜਾ ਕੁਐਸਚਨ ਆ ਉਹ ਸਾਡੇ ਕੋਲ ਕਿਹੜਾ ਹੈਗਾ ਕਿ ਮੈਰੀ ਕਿਊਰੀ ਵਾਜ਼ ਅ ਬ੍ਰਿਲੀਅੰਟ ਸਟੂਡੈਂਟ। ਹੁਣ ਬ੍ਰਿਲੀਅੰਟ ਵਰਡ ਕੀ ਇੱਥੇ ਐਡਜੈਕਟਿਵ ਆ, ਮਤਲਬ ਇਹ ਕੀ ਆ, ਕੁਆਲੀਫਾਇਰ ਆ, ਠੀਕ ਹੈ। ਅਤੇ ਸਾਡਾ ਪੂਰੇ ਦਾ ਪੂਰਾ ਜਿਹੜਾ ਆਨਸਰ ਆ ਉਹ ਇਹਦੇ 'ਤੇ ਹੀ ਡਿਪੈਂਡ ਕਰੇਗਾ ਕਿ ਜੇ ਸਾਨੂੰ ਉੱਥੋਂ ਪਤਾ ਲੱਗ ਰਿਹਾ ਕਿ ਉਹ ਬ੍ਰਿਲੀਅੰਟ ਸਟੂਡੈਂਟ ਹੈ ਤਾਂ ਅਸੀਂ ਇਹਦਾ ਆਨਸਰ ਟਰੂ ਲਗਾਵਾਂਗੇ। ਜੇ ਸਾਨੂੰ ਨਹੀਂ ਪਤਾ ਲੱਗ ਰਿਹਾ ਕੁਛ ਵੀ ਹੈ ਨਾ ਤਾਂ ਅਸੀਂ ਨੋਟ ਗਿਵਨ ਲਗਾਵਾਂਗੇ। ਜੇ ਸਾਨੂੰ ਪਤਾ ਲੱਗ ਰਿਹਾ ਕਿ ਉਹ ਬ੍ਰਿਲੀਅੰਟ ਸਟੂਡੈਂਟ ਨਹੀਂ ਸੀ, ਇੱਕ ਡਲ ਸਟੂਡੈਂਟ ਸੀ, ਤਾਂ ਅਸੀਂ ਇਹਦਾ ਆਨਸਰ ਫਾਲਸ ਲਗਾਵਾਂਗੇ। ਚਲੋ ਆਪਾਂ ਪੜ੍ਹਦੇ ਹਾਂ। ਫਰੋਮ ਚਾਈਲਡਹੁੱਡ ਮੈਰੀ ਵਾਜ਼ ਰਿਮਾਰਕੇਬਲ ਫॉर ਹਰ ਪ੍ਰੋਡੀਜੀਅਸ ਮੈਮਰੀ, ਮਤਲਬ ਉਹਨੂੰ ਉਸ ਦੀ ਪ੍ਰੋਡੀਜੀਅਸ ਮੈਮਰੀ ਕਰਕੇ ਜਾਣਿਆ ਜਾਂਦਾ ਸੀ। ਪ੍ਰੋਡੀਜੀਅਸ ਮਤਲਬ ਸਟਰੋਂਗ ਐਂਡ ਲਾਰਜ, ਕਿ ਉਹਨੂੰ ਉਸ ਦੀ ਲਾਰਜ ਮੈਮਰੀ ਕਰਕੇ ਜਾਣਿਆ ਜਾਂਦਾ ਸੀਗਾ। ਐਂਡ ਐਟ ਦੀ ਏਜ ਆਫ 16 ਵਨ ਅ ਗੋਲਡ ਮੈਡਲ ਔਨ ਕੰਪਲੀਸ਼ਨ ਆਫ ਹਰ ਸੈਕੰਡਰੀ ਐਜੂਕੇਸ਼ਨ, ਕਿ ਜਦੋਂ ਉਹਨੇ ਸੈਕੰਡਰੀ ਐਜੂਕੇਸ਼ਨ ਕੰਪਲੀਟ ਕੀਤੀ ਤਾਂ ਉਹਨੂੰ ਗੋਲਡ ਮੈਡਲ ਦਿੱਤਾ ਗਿਆ। ਬਟ ਹੁਣ ਸਾਨੂੰ ਇੱਥੇ ਇਹ ਪਤਾ ਚੱਲ ਰਿਹਾ ਕਿ ਉਹਦੀ ਜਿਹੜੀ ਮੈਮਰੀ ਆ ਉਹ ਬਹੁਤ ਮਤਲਬ ਸ਼ਾਨਦਾਰ ਸੀ ਅਤੇ ਸਟਰੋਂਗ ਸੀ, ਪਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਬ੍ਰਿਲੀਅੰਟ ਸਟੂਡੈਂਟ ਸੀ ਜਾਂ ਨਹੀਂ, ਠੀਕ ਹੈ। ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹਦੀ ਮੈਮਰੀ ਸਟਰੋਂਗ ਆ ਉਹ ਜਿਹੜਾ ਹੈਗਾ ਉਹ ਬ੍ਰਿਲੀਅੰਟ ਸਟੂਡੈਂਟ ਵੀ ਹੋਏਗਾ, ਠੀਕ ਹੈ। ਤਾਂ ਜਿਹਦੇ ਕਰਕੇ ਅਸੀਂ ਜਿਹੜਾ ਉਹਦਾ ਆਨਸਰ ਆ ਉਹ ਕੀ ਕਰਾਂਗੇ, ਨੋਟ ਗਿਵਨ ਮਾਰਕ ਕਰਾਂਗੇ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਏਗਾ। ਓਕੇ, ਜਿਹੜਾ ਸਾਡੇ ਕੋਲ ਅੱਜ ਲਾਸਟ ਕੁਐਸਚਨ ਹੋਇਆ ਕਿ ਪੈਰੀ ਕਿਊਰੀ ਐਂਡ ਮੈਰੀ ਕਿਊਰੀ ਬੋਥ ਮੈਟ ਈਚ ਅਦਰ ਇਨ ਸਪਰਿੰਗ। ਸਪਰਿੰਗ ਮਤਲਬ ਬਸੰਤ ਰੁੱਤ ਵਿੱਚ ਉਹ ਦੋਨੋਂ ਇੱਕ ਦੂਜੇ ਨੂੰ ਮਿਲੇ। ਹੁਣ ਸਾਡੇ ਕੋਲ ਜਿਹੜਾ ਇੱਕ ਆਹ ਟਾਈਮ ਫਰੇਜ਼ ਦਿੱਤਾ ਹੋਇਆ ਜਿਹਦੇ 'ਤੇ ਪੂਰਾ ਦਾ ਪੂਰਾ ਕੁਐਸਚਨ ਆ ਜਿਹੜਾ ਉਹ ਬੇਸਡ ਆ, ਠੀਕ ਹੈ ਨਾ। ਕਿ ਜੇ ਅਸੀਂ ਸਾਨੂੰ ਪਤਾ ਚੱਲਿਆ ਕਿ ਉਹ ਸਪਰਿੰਗ ਵਿੱਚ ਹੀ ਮਿਲੇ ਤਾਂ ਅਸੀਂ ਇਹਦਾ ਆਨਸਰ ਟਰੂ ਮਾਰਕ ਕਰਾਂਗੇ, ਅਦਰਵਾਈਜ਼ ਜਿਹੜੇ ਹੈਗੇ ਅਸੀਂ ਨੋਟ ਗਿਵਨ ਅਤੇ ਫਾਲਸ ਨੂੰ ਕੰਸੀਡਰ ਕਰਾਂਗੇ, ਜਿਵੇਂ ਵੀ ਹੋਏਗਾ, ਠੀਕ ਹੈ। ਜਿਵੇਂ ਸਾਡੇ ਕੋਲ ਇਹ ਸਪਰਿੰਗ ਦੀ ਗੱਲ ਕਿੱਥੇ ਹੋ ਰਹੀ ਹੈ, ਲਾਸਟ ਵਿੱਚ ਹੋ ਰਹੀ ਹੈ, ਮਤਲਬ ਟਾਈਮ ਫਰੇਜ਼ ਜਿਹੜਾ ਹੈਗਾ ਸਾਨੂੰ ਲੋਕੇਸ਼ਨ ਲੱਭਣ 'ਚ ਵੀ ਹੈਲਪ ਕਰਦਾ,
ठीक है, ਤੁਸੀਂ ਸਪਰਿੰਗ ਲੱਭਿਆ। ਉਸ ਤੋਂ ਬਾਅਦ ਇਟ ਵਾਜ਼ ਨਾਟ ਅੰਟਿਲ ਦੀ ਸਪਰਿੰਗ, ਮਤਲਬ ਇਹ ਸਪਰਿੰਗ ਤੱਕ ਨਹੀਂ ਹੋ ਸਕਿਆ of that year that she was introduced to ਪੈਰੀ ਕਿਊਰੀ, ਮਤਲਬ ਉਹਨੂੰ ਉਹ ਜਿਹੜੀ ਹੈਗੀ ਆ ਪੈਰੀ ਕਿਊਰੀ ਨਾਲ ਜਿਹੜੀ ਉਹਨਾਂ ਦੋਨਾਂ ਦੀ ਇੰਟਰੋਡਕਸ਼ਨ ਉਹ ਕਦੋਂ ਹੋਈ, ਨਾਟ ਅੰਟਿਲ ਸਪਰਿੰਗ, ਮਤਲਬ ਜਦੋਂ ਤੱਕ ਸਪਰਿੰਗ ਨਹੀਂ ਹੈਗੀ, ਇਹਦਾ ਮਤਲਬ ਸਪਰਿੰਗ ਵਿੱਚ ਹੀ ਹੋਈ। ਠੀਕ ਹੈ, ਤਾਂ ਸਾਨੂੰ ਜਿਹੜਾ ਟਾਈਮ ਫਰੇਜ਼ ਆ ਉਹ ਦੋਨਾਂ ਵਿੱਚ ਮੈਚ ਕਰ ਰਿਹਾ। ਠੀਕ ਹੈ, ਉਹਨਾਂ ਨੇ ਕਿਹਾ ਕਿ ਉਹ ਦੋਨੋਂ ਜਿਹੜੇ ਹੈਗੇ ਆ ਸਪਰਿੰਗ, ਜਦੋਂ ਤੱਕ ਸਪਰਿੰਗ ਨਹੀਂ ਹੈਗੀ ਉਦੋਂ ਤੱਕ ਨਹੀਂ ਮਿਲੀ। ਠੀਕ ਹੈ, ਇਹਦਾ ਮਤਲਬ ਬੋਥ ਮੈਟ ਈਚ ਅਦਰ ਇਨ ਸਪਰਿੰਗ, ਮਤਲਬ ਦੋਨਾਂ ਦਾ ਮੀਨਿੰਗ ਸੇਮ ਹੋ ਰਿਹਾ, ਤਾਂ ਅਸੀਂ ਆਨਸਰ ਕੀ ਲਗਾ ਦਾਂਗੇ, ਟਰੂ। ਮਤਲਬ ਇੱਕ ਚੀਜ਼ ਤਾਂ ਧਿਆਨ 'ਚ ਰੱਖ ਲਓ ਕਿ ਤੁਸੀਂ ਹਮੇਸ਼ਾ ਮੀਨਿੰਗ ਮੈਚ ਕਰਨਾ। ਕੀਵਰਡ ਜਿਹੜੇ ਹੁੰਦੇ ਉਹ ਇਕੱਲੇ ਜਸਟ ਲੋਕੇਸ਼ਨ ਲੱਭਣ ਲਈ ਹੈਲਪ ਕਰਦੇ, ਜਿਵੇਂ ਸਪਰਿੰਗ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਅਸੀਂ ਮੀਨਿੰਗ ਮੈਚ ਕਰਾਂਗੇ। ਠੀਕ ਹੈ ਨਾ, ਕੀਵਰਡ ਮੈਚ ਕਰਕੇ ਜੇ ਤੁਸੀਂ ਆਨਸਰ ਲਗਾਓਗੇ ਤਾਂ 70 to 80% ਇਹ ਚਾਂਸਿਸ ਹੁੰਦੇ ਆ ਕਿ ਜਿਹੜਾ ਤੁਹਾਡਾ ਆਨਸਰ ਆ ਉਹ ਗਲਤ ਹੋਏਗਾ। 70 to 80% ਚਾਂਸਿਸ ਆ ਕਿ ਜੇ ਤੁਸੀਂ ਕੀਵਰਡ ਮੈਚ ਕਰਕੇ ਆਨਸਰ ਲਗਾਉਂਦੇ ਹੋ ਤਾਂ ਗਲਤ ਹੁੰਦਾ। ਠੀਕ ਹੈ, ਕਿਉਂਕਿ ਕੀਵਰਡ ਜੇ ਮੈਚ ਕਰਨੇ ਹੋਣ ਆਇਲਸ ਵਿੱਚ, ਫਿਰ ਤਾਂ 7th ਔਰ 8th ਵਾਲਾ ਜਿਹੜਾ ਸਟੂਡੈਂਟ ਤੁਹਾਡੇ ਤੋਂ ਬੈਟਰ ਜਿਹੜੇ ਹੈਗੇ ਕੀਵਰਡ ਉਹ ਮੈਚ ਕਰ ਲੇਗਾ। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਇਹ ਸਾਡਾ ਪਾਰਟ 1 ਸੀਗਾ ਟਰੂ ਫਾਲਸ 'ਤੇ ਐਂਡ ਨਾਟ ਗਿਵਨ 'ਤੇ। ਠੀਕ ਹੈ, ਅਤੇ ਤੁਹਾਨੂੰ ਸਮਝ ਆਇਆ ਹੋਊਗਾ ਕਿ ਕੁਐਸਚਨ ਨੂੰ ਕਿੱਦਾਂ ਰੀਡ ਕਰਨਾ। ਠੀਕ ਹੈ, ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਟਰੂ ਫਾਲਸ ਨਾਟ ਗਿਵਨ ਕੁਐਸਚਨ ਵਿੱਚ ਉਹ ਇਹੀ ਹੁੰਦੀ ਹੈ ਕਿ ਕੁਐਸਚਨ ਨੂੰ ਕੇਅਰਫੁਲੀ ਰੀਡ ਕਰੋ, ਉਹਦਾ ਮੀਨਿੰਗ ਸਮਝੋ ਐਂਡ ਦੈਨ ਮੈਚ ਦੀ ਮੀਨਿੰਗ ਮੈਚ ਕਰਕੇ ਜਿਹੜੇ ਹੈਗੇ ਉਹ ਆਨਸਰਸ ਆਪਾਂ ਜਿਹੜੇ ਹੈਗੇ ਉਹ ਲੱਭਣੇ ਆ। ਠੀਕ ਹੈ, ਆਈ ਹੋਪ ਕਿ ਤੁਹਾਡੇ ਲਈ ਯੂਜ਼ਫੁਲ ਵੀ ਹੋਏਗੀ। ਠੀਕ ਹੈ, ਇਫ ਯੂ ਫਾਈਂਡ ਦਿਸ ਵੀਡੀਓ ਯੂਜ਼ਫੁਲ ਫॉर योरसेल्फ kindly hit the like button. Okay, thank you.